ਸਤਿ ਸ਼੍ਰੀ ਅਕਾਲ ਜੀ। ਮੈਂ ਵੀਡੀਓ ਸ਼ੂਟ ਕੀਤੀ ਸੀ ਪਹਿਲਾਂ ਇੰਸਟਾਗ੍ਰਾਮ ਤੇ ਲਾਈਵ ਹੋਏ ਸੀਗੇ ਕੁਝ ਦਿਨ ਪਹਿਲਾਂ। ਸੋ ਡਿਮਾਂਡ ਦੇ ਅਕੋਰਡਿੰਗ ਇਹ ਦੁਬਾਰਾ ਸ਼ੂਟ ਕਰ ਰਹੇ ਹਾਂ ਤੇ ਇਸ ਟਾਈਮ ਇਹ ਲਾਈਵ ਵੀਡੀਓ ਨਹੀਂ ਹੈ। ਤੁਹਾਡੇ ਪੇਜ ਸਾਡੇ ਕਲੀਨਿਕ ਦੇ ਪੇਜ ਤੇ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਰਹੇਗੀ। ਇਹ ਵੀਡੀਓ ਹੈਗੀ ਹੈ ਬੈਕ ਪੇਨ ਦੇ ਉੱਤੇ। ਬੈਕ ਪੇਨ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਬਹੁਤ ਕਾਮਨ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਇਸ ਤਰ੍ਹਾਂ ਨਹੀਂ ਕਿ 5 ਸਾਲ ਪਹਿਲਾਂ ਆਈ ਸੀ ਜਾਂ 10 ਸਾਲ ਪਹਿਲਾਂ ਜ਼ਿਆਦਾ ਫੈਲੀ ਹੈ ਪ੍ਰੋਬਲਮ ਜਾਂ ਜ਼ਿਆਦਾ ਲੋਕ ਇਹਦੇ ਨਾਲ ਪ੍ਰਭਾਵਿਤ ਹੋਏ ਨੇ। ਇਹਨੂੰ ਬਹੁਤ ਸਾਲ ਹੋ ਗਏ ਨੇ। ਮੈਨੂੰ ਲੱਗਦਾ ਹੈ ਜਦੋਂ ਤੋਂ ਅਸੀਂ ਇਸ ਡਿਗਰੀ ਦੇ ਵਿੱਚ ਐਡਮਿਸ਼ਨ ਲਈ ਸੀ ਉਹ ਤੋਂ ਸਭ ਤੋਂ ਪਹਿਲਾਂ ਕੇਸ ਹੀ ਸ਼ਾਇਦ ਬੈਕ ਪੇਨ ਦੇ ਦੇਖਣੇ ਸ਼ੁਰੂ ਕੀਤੇ ਸੀਗੇ। ਸੋ ਬੈਕ ਪੇਨ ਬਟ ਹੁਣ ਬੈਕ ਪੇਨ ਦੇ ਵਿੱਚ ਜੋ ਟ੍ਰੈਂਡ ਚੇਂਜ ਹੋਇਆ ਉਹ ਇਸ ਤਰ੍ਹਾਂ ਹੈ ਕਿ ਪਹਿਲਾਂ ਇਹ ਆਉਂਦੀ ਸੀ 올ਡ ਏਜ ਤੇ ਇਹਦਾ ਇੱਕ ਇੰਪ੍ਰੈਸ਼ਨ ਸੀਗਾ ਕਿ ਜਿਵੇਂ ਤੁਸੀਂ ਏਜ ਕਰੋਗੇ ਜਾਂ ਜਿਵੇਂ ਬੁਢਾਪੇ ਵੱਲ ਜਾਓਗੇ ਉਦੋਂ ਬੈਕ ਪੇਨ ਹੋਏਗੀ। ਬਟ ਹੁਣ ਇਹ ਟ੍ਰੈਂਡ ਬਿਲਕੁਲ ਚੇਂਜ ਹੋ ਚੁੱਕੇ ਨੇ। ਹੁਣ ਗ੍ਰਾਫਸ ਬਿਲਕੁਲ ਚੇਂਜ ਨੇ। ਹੁਣ ਬੈਕ ਪੇਨ ਅੱਜ ਦੇ ਟਾਈਮ ਦੇ ਵਿੱਚ ਬੈਕ ਪੇਨ ਹਰ ਕਿਸੇ ਨੂੰ ਹੈ ਔਰ ਕਿਸੇ ਨੂੰ ਵੀ ਹੈ। ਕਹਿਣ ਦਾ ਮਤਲਬ ਕੀ ਹੈ, ਅੱਜ ਦੇ ਟਾਈਮ ਦੇ ਵਿੱਚ ਜਿਵੇਂ ਸਕੂਲ ਤੋਂ ਪਾਸ ਆਊਟ ਹੁੰਦੇ ਆ ਜਾਂ ਸਕੂਲ ਵਾਲੇ ਬੱਚੇ ਹੀ ਨੇ ਉਹਨਾਂ ਨੂੰ ਵੀ ਬੈਕ ਪੇਨ ਹੈ। ਬਟ ਸਭ ਦੇ ਕਾਰਨ ਡਿਫਰੈਂਟ ਨੇ ਬੈਕ ਪੇਨ ਦੇ। ਸਕੂਲ ਗੋਇੰਗ ਕਿਡਸ ਨੂੰ ਬੈਕ ਪੇਨ ਹੈਗੀ ਹੈ। ਕਾਲਜ ਗੋਇੰਗ ਜਿਹੜੇ ਹੈਗੇ ਨੇ ਉਹਨਾਂ ਨੂੰ ਬੈਕ ਪੇਨ ਹੈ। ਮੇਲ ਨੂੰ ਬੈਕ ਪੇਨ ਹੈ। ਫੀਮੇਲ ਨੂੰ ਬੈਕ ਪੇਨ ਹੈ। ਬੁਢਾਪੇ ਵਿੱਚ ਬੈਕ ਪੇਨ ਹੈ। ਮਿਡਲ ਏਜ ਬੈਕ ਪੇਨ ਹੈ। ਯੰਗ ਅਡਲਟਸ ਵਿੱਚ ਬੈਕ ਪੇਨ ਹੈ। ਹਰ ਆਕਿਊਪੇਸ਼ਨ ਦਾ ਬੰਦਾ, ਕਿਸੇ ਵੀ ਆਕਿਊਪੇਸ਼ਨ ਦਾ ਬੰਦਾ, ਮੇ ਬੀ ਉਹ ਫਿਜ਼ੀਕਲ ਵਰਕ ਜ਼ਿਆਦਾ ਕਰਦਾ ਹੈ ਉਹਦੇ ਨਾਲ, ਸਿਟਿੰਗ ਵਾਲੇ ਉਹਨਾਂ ਨਾਲੋਂ ਜ਼ਿਆਦਾ ਕਿਤੇ ਅੱਗੇ ਨੇ ਬੈਕ ਪੇਨ ਦੇ ਕੇਸ ਦੇ ਵਿੱਚ। ਉਹਨਾਂ ਦੇ ਵਿੱਚ ਨੈਕ ਪੇਨ ਦੇ ਇਸ਼ੂਜ਼ ਵੀ ਬਹੁਤ ਹੁੰਦੇ ਨੇ। ਸੋ ਇਹਦਾ ਕੁਛ ਇੱਕ ਫਿਕਸਡ ਕੈਟੇਗਰੀ ਨਹੀਂ ਰਹੀ ਕਿ ਹੁਣ ਇਸ ਤਰ੍ਹਾਂ ਦੇ ਲੋਕ ਨੂੰ ਜਾਂ ਇਸ ਤਰ੍ਹਾਂ ਦੇ ਆਕਿਊਪੇਸ਼ਨ ਵਾਲੇ ਬੰਦੇ ਨੂੰ ਹੀ ਬੈਕ ਪੇਨ ਹੋਏਗੀ। ਪ੍ਰੈਗਨੈਂਟ ਫੀਮੇਲਸ ਨੂੰ ਬੈਕ ਪੇਨ ਹੋਏਗੀ। ਪੋਸਟ ਡਿਲੀਵਰੀ ਬੈਕ ਪੇਨ ਹੋਏਗੀ। ਤੁਸੀਂ ਕਿਤੇ ਗਿਰ ਗਏ ਹੋ ਤਾਂ ਬੈਕ ਪੇਨ ਹੈ। ਸੋ ਇਹਦੇ ਰੀਜ਼ਨਸ ਬਹੁਤ ਸਾਰੇ ਹੋ ਚੁੱਕੇ ਨੇ। ਸੋ ਐਂਡ ਇਹਨਾਂ ਦੀ ਜਿਹੜੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਕਿ ਉਹ ਡਿਫਰੈਂਟ ਏਜ ਗਰੁੱਪਸ 'ਤੇ ਆਉਂਦੇ ਨੇ ਤੇ ਹਰ ਏਜ ਗਰੁੱਪ ਦਾ ਪੇਸ਼ੈਂਟ ਬੈਕ ਪੇਨ ਲੈ ਕੇ ਆਉਂਦਾ ਹੈ। ਸੋ ਇੰਨੀ ਕਾਮਨ ਹੈ, ਇੰਨੀ ਕਾਮਨ ਕਿ ਹਰ ਘਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਈ ਨਾ ਕੋਈ ਇੱਕ ਐਸਾ ਬੰਦਾ ਜ਼ਰੂਰ ਹੋਏਗਾ ਜਿਸ ਨੂੰ ਬੈਕ ਪੇਨ ਰਹੀ ਹੋਏਗੀ, ਬੈਕ ਪੇਨ ਹੈ ਜਾਂ ਬੈਕ ਪੇਨ ਹੋਣ ਵਾਲੀ ਹੈ। ਤੋ ਹਰ ਇੱਕ ਘਰ ਦੇ ਵਿੱਚ ਇੱਕ ਐਸਾ ਬੰਦਾ ਜ਼ਰੂਰ ਰਹੇਗਾ। ਸੋ ਇਸ ਕਰਕੇ ਇਹਦੇ ਸਟੈਟਿਸਟਿਕਸ ਜਿਹੜੇ ਨੇ ਉਹ ਬੜੇ ਅਲਾਰਮਿੰਗ ਹੁੰਦੇ ਜਾ ਰਹੇ ਨੇ। ਇੰਨੇ ਜ਼ਿਆਦਾ ਅਲਾਰਮਿੰਗ ਨੇ ਕਿ ਹਜੇ ਵੀ ਅਸੀਂ ਇਸ ਨੂੰ ਇੱਕ ਇਸ ਤਰ੍ਹਾਂ ਕਾਊਂਟ ਕਰਦੇ ਹਾਂ ਕਿ ਜਦੋਂ ਹੋਏਗੀ ਦਰਦ ਉਦੋਂ ਅਸੀਂ ਟ੍ਰੀਟਮੈਂਟ ਲਵਾਂਗੇ। ਬਟ ਜੇ ਅਸੀਂ ਵੈਸਟਰਨ ਕੰਟਰੀਜ਼ ਵੱਲ ਜਾਂਦੇ ਹਾਂ ਜਿਹਨੂੰ ਕਿ ਹਰ ਕੋਈ ਫੋਲੋ ਕਰਦਾ ਹੈ, ਹਰ ਕੋਈ ਫੋਲੋ ਕਰਨਾ ਪਸੰਦ ਕਰਦਾ ਹੈ ਹੈਲਥ ਕੇਅਰ ਦੇ ਸੈਕਟਰ ਦੇ ਵਿੱਚ, ਸੋ ਉੱਥੇ ਕਾਊਂਟ ਕਰਦੇ ਹਾਂ ਤੇ ਉੱਥੇ ਬੈਕ ਪੇਨ ਪ੍ਰੀਵੈਂਸ਼ਨ ਸਕੂਲਸ ਆਲਰੇਡੀ ਕਾਫੀ ਸਾਲਾਂ ਤੋਂ ਚੱਲ ਰਹੇ ਨੇ ਜਿਹਦੇ ਵਿੱਚ ਉਹ ਤੁਹਾਨੂੰ ਪ੍ਰੀਵੈਂਸ਼ਨ ਸਟ੍ਰੈਟਜੀਜ਼, ਜਿਹਨੂੰ ਆਪਾਂ ਕਹਿੰਦੇ ਆ ਕਿ ਤੁਸੀਂ ਪ੍ਰੋਐਕਟਿਵ ਹੋ ਜਾਂ ਜਿਹਨੂੰ ਕਹੀਏ ਕਿ ਪ੍ਰੀਵੈਂਸ਼ਨ ਲਈ ਕਿ ਤੁਹਾਨੂੰ ਬੈਕ ਪੇਨ ਨਾ ਆਏ, ਉਸ ਤਰ੍ਹਾਂ ਦੀਆਂ ਤੁਹਾਨੂੰ ਪਹਿਲਾਂ ਹੀ ਐਕਸਰਸਾਈਜ਼ ਸਿਖਾ ਦਿੱਤੀਆਂ ਜਾਂਦੀਆਂ ਨੇ। ਹੁਣ ਜੇ ਵਾਪਸ ਆਪਾਂ ਆਪਣੇ ਟੌਪਿਕ ਵੱਲ ਆਉਂਦੇ ਹਾਂ ਕਿ ਬੈਕ ਪੇਨ ਦੇ ਵਿੱਚ ਬਹੁਤ ਸਾਰੀਆਂ ਮਿਥਸ ਹੈਗੀਆਂ ਨੇ, ਬਹੁਤ ਸਾਰੀਆਂ ਮਿਸਕਨਸੈਪਸ਼ਨਸ ਨੇ ਹੈਗੀਆਂ ਨੇ, ਐਸੀਆਂ ਚੀਜ਼ਾਂ ਜਿਨ੍ਹਾਂ ਬਾਰੇ ਸਾਨੂੰ ਸਹੀ ਜਾਣਕਾਰੀ ਨਹੀਂ ਹੈ। ਸਭ ਤੋਂ ਪਹਿਲਾ ਕੁਐਸਚਨ ਜੋ ਬੈਕ ਪੇਨ ਨਾਲ, ਐਕਿਊਟ ਬੈਕ ਪੇਨ ਨਾਲ, ਜਿਹਨੂੰ ਇੰਨੀ ਸਿਵੀਅਰ ਬੈਕ ਪੇਨ ਹੁੰਦੀ ਹੈ ਕਿ ਜਦੋਂ ਸਾਡੇ ਕੋਲ ਆਉਂਦੇ ਨੇ ਉਹ ਜਾਂ ਤਾਂ ਦੋ ਲੋਕ ਉਹਨਾਂ ਨੂੰ ਲੈ ਕੇ ਆਉਂਦੇ ਨੇ ਜਾਂ ਉਹਨਾਂ ਨੂੰ ਸਟ੍ਰੈਚਰ 'ਤੇ ਪਾ ਕੇ ਲੈ ਕੇ ਆਉਂਦੇ ਨੇ ਜਾਂ ਉਹ ਵਾਕਰ ਨਾਲ ਵਾਕ ਕਰਕੇ ਬਹੁਤ ਔਖੇ ਸੌਖੇ ਕੰਸਲਟੇਸ਼ਨ ਰੂਮ ਤੱਕ ਪਹੁੰਚਦੇ ਨੇ ਐਂਡ ਉਹ ਰੋ ਕੇ ਇਹ ਪੁੱਛਦੇ ਨੇ ਕਿ ਬੈਕ ਪੇਨ ਹੈ, ਸਰਜਰੀ ਹੋਏਗੀ ਮੇਰੀ, ਮੈਨੂੰ ਪਲੀਜ਼ ਸਰਜਰੀ ਤੋਂ ਬਚਾ ਲਓ। ਮੈਂ ਸਰਜਰੀ ਨਹੀਂ ਕਰਾਉਣਾ ਚਾਹੁੰਦਾ ਜਾਂ ਨਹੀਂ ਕਰਾਉਣੀ ਚਾਹੁੰਦੀ। ਚਾਹੇ ਉਹ ਬੁੱਢਾ ਇਨਸਾਨ ਹੈ, ਬਜ਼ੁਰਗ ਨੇ, ਚਾਹੇ ਉਹ ਜਵਾਨ ਨੇ, ਉਹਨਾਂ ਦਾ ਇੱਕੋ ਹੀ ਰਿਕੁਐਸਟ ਹੁੰਦੀ ਕਿ ਬੈਕ ਪੇਨ ਦੀ ਸਰਜਰੀ ਨਹੀਂ ਕਰਾਉਣੀ ਹੈ। ਹੁਣ ਬੈਕ ਪੇਨ ਨਾਲ ਕੁਝ ਲੋਕ ਐਸੇ ਜੋ ਇਹ ਵੀਡੀਓ ਦੇਖ ਰਹੇ ਨੇ, ਕੁਝ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਬੈਕ ਪੇਨ ਦੀ ਸਰਜਰੀ ਆਲਰੇਡੀ ਕਰਾ ਲਈ ਹੋਏਗੀ। ਫੋਰਚੂਨੇਟਲੀ ਉਹ ਲੱਕੀਲੀ ਮੈਂ ਕਹਾਂਗੀ ਉਹ ਠੀਕ ਹੋਣਗੇ ਤੇ ਕਾਫੀ ਸਾਰੀ ਰੇਸ਼ੋ ਮੈਜੋਰਿਟੀ ਲੋਕ ਐਸੇ ਹੋਣਗੇ ਜੋ ਬੈਕ ਪੇਨ ਦੀ ਪ੍ਰੋਬਲਮ ਦੇ ਨਾਲ ਸਰਜਰੀ ਤੋਂ ਬਾਅਦ ਵੀ ਸਫਰ ਕਰ ਰਹੇ ਹੋਣਗੇ ਐਂਡ ਕੁਝ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਨੌਨ ਸਰਜੀਕਲ ਟ੍ਰੀਟਮੈਂਟ ਨੂੰ ਆਪਟ ਕੀਤਾ ਹੋਏਗਾ, ਜਿਵੇਂ ਕਿ ਫਿਜ਼ੀਓਥੈਰੇਪੀ, ਆਸਟੀਓਪੈਥੀ ਜਾਂ ਕਾਇਰੋਪ੍ਰੈਕਟਿਕਸ, ਜਿਹਨੂੰ ਆਪਾਂ ਬੋਡੀ ਅਲਾਈਨਮੈਂਟ, ਸਪਾਈਨਲ ਅਲਾਈਨਮੈਂਟ ਵੀ ਕਹਿੰਦੇ ਹਾਂ ਸਿੰਪਲ ਟਰਮਸ ਦੇ ਵਿੱਚ ਪੇਸ਼ੈਂਟ ਲਈ। ਇਹਨਾਂ ਵਿੱਚੋਂ ਕੁਝ ਆਪਟ ਕੀਤਾ ਹੈ ਐਂਡ ਲੇਟਰ ਔਨ ਉਹਨਾਂ ਨੇ ਜਦੋਂ ਇਸ ਚੀਜ਼ ਤੋਂ ਫ੍ਰੀ ਹੋ ਗਏ, ਸ਼ਾਇਦ ਉਹਨਾਂ ਨੇ ਯੋਗਾ ਨੂੰ ਆਪਣੀ ਰੂਟੀਨ ਬਣਾ ਲਿਆ ਹੈਗਾ
ਐਂਡ ਐਕਸਰਸਾਈਜ਼ਸ ਜੋ ਤੁਹਾਨੂੰ ਕੁਆਲੀਫਾਈਡ ਥੈਰੇਪਿਸਟ ਨੇ ਦੱਸੀਆਂ ਉਹਨੂੰ ਰੂਟੀਨ ਦੇ ਵਿੱਚ ਲੈ ਆਏ ਨੇ, ਐਂਡ ਅੱਜ ਦੀ ਡੇਟ ਦੇ ਵਿੱਚ ਉਹ ਕੰਮ ਵੀ ਕਰ ਪਾ ਰਹੇ ਨੇ ਜੋ ਉਹਨਾਂ ਨੇ ਕਦੀ ਇਮੈਜਿਨ ਨਹੀਂ ਕੀਤਾ ਸੀਗਾ ਕਿ ਮੈਂ ਇਹ ਵਾਪਸ ਤੋਂ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ। ਮੈਡੀਕਲ ਰਿਸਰਚ ਦੇ ਉੱਤੇ ਬੇਸਡ ਟਰੀਟਮੈਂਟਸ ਨਿਕਲਦੀਆਂ ਨੇ ਜੀ। ਇਸ ਪ੍ਰੋਬਲਮ ਦੀ ਟਰੀਟਮੈਂਟ ਇੰਨੀ ਰਿਸਰਚ ਤੋਂ ਬਾਅਦ ਇਹ ਆਈ ਹੈ ਅਤੇ ਹਰ ਕੋਈ ਉਹਨੂੰ ਫੋਲੋ ਕਰਦਾ ਹੈ। ਤੁਹਾਨੂੰ ਪਹਿਲਾਂ ਇੱਕ ਬਹੁਤ ਸਾਰਾ ਪਿੱਛੇ ਬੈਕਗਰਾਊਂਡ ਵਰਕ ਹੁੰਦਾ ਹੈ, ਕਈ ਸਾਲਾਂ ਦੀ ਮਿਹਨਤ ਹੁੰਦੀ ਹੈ ਜਿੱਦਾਂ ਰਿਜ਼ਲਟ ਨਿਕਲਦਾ ਹੈ, ਔਰ ਫਿਰ ਅਸੀਂ ਦੱਸਦੇ ਹਾਂ ਕਿ ਇਹ ਟਰੀਟਮੈਂਟ ਇਸ ਤਰ੍ਹਾਂ ਦੇ ਪੇਸ਼ੈਂਟ ਲਈ ਫਾਇਦੇਮੰਦ ਹੁੰਦੀ ਹੈ। ਉਸ 'ਤੇ ਹੀ ਬੇਸ ਸਾਰੀ ਮੈਡੀਕਲ ਫੀਲਡ ਦੇ ਵਿੱਚ ਟਰੀਟਮੈਂਟਸ ਚੱਲਦੀਆਂ ਹੈ। ਸੋ ਜਦੋਂ ਬੈਕ ਪੇਨ ਦੇ ਉੱਤੇ ਰਿਸਰਚ ਹੋਈ, 1 ਸਾਲ ਬਾਅਦ ਕੰਪੇਅਰ ਕੀਤਾ ਗਿਆ ਉਹਨਾਂ ਪੇਸ਼ੈਂਟਸ ਨੂੰ ਜਿਨ੍ਹਾਂ ਨੇ ਸਰਜਰੀ ਲਈ ਆਪਟ ਕੀਤਾ ਸੀਗਾ ਅਤੇ ਜਿਨ੍ਹਾਂ ਨੇ ਫਿਜ਼ੀਓਥੈਰੇਪੀ ਲਈ ਆਪਟ ਕੀਤਾ ਸੀਗਾ। ਦੇਖਣ ਦੇ ਵਿੱਚ ਇਹ ਮਿਲਿਆ ਕਿ ਦੋਨਾਂ ਦੇ ਰਿਜ਼ਲਟ ਸੇਮ ਨੇ, ਕਿਸੇ 'ਚ ਕੋਈ ਫਰਕ ਨਹੀਂ ਹੈ। ਜਿੰਨੀ ਰਿਕਵਰੀ ਸਰਜਰੀ ਨਾਲ ਹੈ ਉਨੀ ਹੀ ਜ਼ਿਆਦਾ ਰਿਕਵਰੀ, ਉਨੀ ਹੀ ਅੱਛੀ ਰਿਕਵਰੀ ਬੈਕ ਪੇਨ ਦੇ ਪੇਸ਼ੈਂਟ ਦੀ ਵਿਦਆਊਟ ਸਰਜਰੀ ਹੈਗੀ ਹੈ। ਆਲਸੋ ਕੁਝ ਕੇਸਿਸ ਦੇ ਵਿੱਚ ਐਸਾ ਵੀ ਪਾਇਆ ਗਿਆ ਕਿ ਬੈਕ ਪੇਨ ਦੀ ਜਿਹੜੀ ਸਰਜਰੀ ਬਿਨਾਂ ਸਰਜਰੀ ਵਾਲੇ ਕੇਸਿਸ ਨੇ ਉਹ ਜ਼ਿਆਦਾ ਫਾਇਦੇਮੰਦ ਹੈ, ਉਹ ਜ਼ਿਆਦਾ ਬੈਟਰ ਹੈਗੇ ਨੇ ਜਿਨ੍ਹਾਂ ਨੇ ਸਰਜਰੀ ਕਰਾਈ ਉਹਨਾਂ ਨਾਲੋਂ। ਸੋ ਜਿਹੜੀ ਇਹ ਇੱਕ ਧਾਰਨਾ ਹੈਗੀ ਹੈ ਕਿ ਬੈਕ ਪੇਨ ਹੈ ਤਾਂ ਸਰਜਰੀ ਕਰਾਉਣੀ ਹੀ ਪਏਗੀ, ਮੈਨੂੰ ਨਹੀਂ ਲੱਗਦਾ ਕਿ ਇਹ ਹੁਣ ਸਹੀ ਹੈਗੀ ਹੈ ਜਾਂ ਕਦੀ ਵੀ ਇਹ ਸਹੀ ਰਹੀ ਹੈ। ਜਦੋਂ ਆਪਾਂ ਬੈਕ ਪੇਨ ਦੀ ਗੱਲ ਕਰਦੇ ਹਾਂ ਤੇ ਬੈਕ ਪੇਨ, ਸਪਾਈਨਲ ਪੇਨ, ਰੀੜ੍ਹ ਦੀ ਹੱਡੀ ਦਾ ਦਰਦ, ਮਣਕਿਆਂ ਦਾ ਹਿਲ ਜਾਣਾ, ਡਿਸਕ ਪੇਨ, ਇਹ ਕਾਮਨ ਟਰਮਸ ਯੂਜ਼ ਹੁੰਦੀਆਂ ਨੇ। ਪੇਨ 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 ਪੇਨ, ਬਟ ਪੇਨ ਤੁਹਾਡਾ ਸਿਰਫ ਇੱਕ ਸਿੰਪਟਮ ਹੈ, ਮਰੀਜ਼ ਦਾ ਸਿਰਫ ਇੱਕ ਸਿੰਪਟਮ ਹੈ ਕਿ ਪੇਨ ਹੈ, ਇਹ ਡਾਇਗਨੋਸਿਸ ਨਹੀਂ ਹੈ ਬਈ ਮੈਨੂੰ ਬੈਕ ਪੇਨ ਦੀ ਪ੍ਰੋਬਲਮ ਹੈ। ਬੈਕ ਪੇਨ ਤੁਹਾਡਾ ਇੱਕ ਪ੍ਰੋਬਲਮ ਦਾ ਹਿੱਸਾ ਹੈ ਬਹੁਤ ਵੱਡਾ, ਪਰ ਪ੍ਰੋਬਲਮ ਦਾ ਰੂਟ ਕਾਜ਼ ਜਿਹੜਾ ਹੈਗਾ ਉਹ ਕੁਝ ਹੋਰ ਹੈ। ਉਹ ਰੂਟ ਕਾਜ਼ ਲੱਭਣਾ ਇੱਕ ਬਹੁਤ ਜਿਹਨੂੰ ਕਹਿੰਦੇ ਆ ਨਾ ਬਾਰੀਕੀ ਦਾ ਕੰਮ ਹੈ, ਔਰ ਉਹ ਉਹੀ ਕਰ ਸਕਦਾ ਜਿਹਨੂੰ ਇਹਦੀ ਬਾਰੇ ਪੂਰੀ ਨੌਲੇਜ ਹੈਗੀ ਹੈ, ਜਿਹੜਾ ਸਕਿਲਡ ਹੈ, ਕੁਆਲੀਫਾਈਡ ਹੈ, ਜਿਹਨੂੰ ਐਕਸਪੀਰੀਅੰਸ ਹੈਗਾ। ਤੁਸੀਂ ਹਰ ਕਿਸੇ ਨੂੰ ਕੋਲ ਜਾਓਗੇ ਤੁਹਾਨੂੰ ਯੈਸ ਤੁਹਾਡੇ ਕਾਰਡ 'ਤੇ ਬੈਕ ਪੇਨ ਲਿਖ ਦੇਗਾ। ਬੈਕ ਪੇਨ ਦਾ ਇਸ਼ੂ ਕੀ ਹੈ? ਔਰ ਹਰ ਬੈਕ ਪੇਨ ਡਿਸਕ ਪੇਨ ਨਹੀਂ ਹੁੰਦੀ ਹੈ, ਹਰ ਬੈਕ ਪੇਨ ਡਿਸਕ ਦਾ ਮਣਕਿਆਂ ਦਾ ਦਬਣਾ ਨਹੀਂ ਹੁੰਦਾ ਹੈ। ਹੁਣ ਜਿਹੜਾ ਡਾਇਗਨੋਸਿਸ ਹੈ ਉਹ ਜ਼ਰੂਰੀ ਨਹੀਂ ਪਹਿਲੇ ਦਿਨ ਹੀ ਤੁਹਾਡੇ ਪਰਚੇ 'ਤੇ ਲਿਖ ਦਿੱਤਾ ਜਾਏ। ਹੋ ਸਕਦਾ ਹੈ ਮੇਰੇ ਵਰਗੇ ਡਾਕਟਰਸ ਜਾਂ ਮੇਰੀ ਟੀਮ ਦੇ ਜਿਹੜੇ ਡਾਕਟਰਸ ਨੇ ਹੈਗੇ ਨੇ ਉਹ ਸ਼ਾਇਦ 1 ਜਾਂ 2 ਦਿਨ ਦਾ ਟਾਈਮ ਲੈਣ, ਤੁਹਾਡੇ ਉਸ ਜਗ੍ਹਾ ਨੂੰ ਖਾਲੀ ਛੱਡਿਆ ਹੋਏਗਾ ਪਰਚੇ ਦੇ ਉੱਤੇ ਅਤੇ ਉਹਦੇ 'ਚ ਬਾਅਦ 'ਚ ਲਿਖਾਂਗੇ, ਬਿਕਾਜ਼ ਅਸੀਂ 1-2 ਦਿਨ ਤੁਹਾਨੂੰ ਓਬਜ਼ਰਵ ਕਰਦੇ ਹਾਂ ਅੰਡਰ ਜਿਹੜਾ ਟਰੀਟਮੈਂਟ ਅਸੀਂ ਸਟਾਰਟ ਕਰਦੇ ਹਾਂ ਉਹਦੇ ਲਈ। ਕਈ ਵਾਰ ਅਸੀਂ ਉਸ ਨਤੀਜੇ 'ਤੇ ਪਹਿਲੇ ਦਿਨ ਕੰਸਲਟੇਸ਼ਨ ਤੋਂ ਬਾਅਦ ਨਹੀਂ ਪਹੁੰਚ ਪਾਉਂਦੇ ਕਿ ਕੁਝ ਕੇਸਿਸ ਇੰਨੇ ਕੰਪਲਿਕੇਟਿਡ ਹੁੰਦੇ ਬੈਕ ਪੇਨ ਦੇ, ਬਿਕਾਜ਼ ਅਸੀਂ ਹਮੇਸ਼ਾ ਬੈਕ ਪੇਨ ਨੂੰ ਸਿੰਪਟਮ ਕਾਊਂਟ ਕਰਦੇ ਹਾਂ, ਬੈਕ ਪੇਨ ਨੂੰ ਡਾਇਗਨੋਸਿਸ ਕਾਊਂਟ ਨਹੀਂ ਕਰਦੇ ਹਾਂ। ਬਹੁਤ ਵਾਰ ਬੈਕ ਪੇਨ ਦੇ ਚੱਲਦਿਆਂ ਤੁਹਾਡੇ ਵੱਖੀਆਂ 'ਚ ਦਰਦ ਆਉਂਦੀ ਹੈ, ਤੁਹਾਡੇ ਜਿਹੜਾ ਜੋੜ ਹੈਗਾ ਚੂਲੇ ਦਾ ਜਿਹੜਾ ਲੱਤ ਨਾਲ ਅਗਲੇ ਪਾਸੇ ਜੋੜ ਬਣਦਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਨਲਾ ਵੀ ਕਹਿੰਦੇ ਹਾਂ, ਜੇ ਮੈਂ ਸਹੀ ਬੋਲ ਰਹੀ ਹਾਂ, ਉੱਥੇ ਦਰਦ ਆਉਂਦੀ ਹੈ। ਕਈ ਵਾਰ ਬੈਕ ਪੇਨ ਦੇ ਵਿੱਚ ਲੱਤਾਂ ਦੇ ਵਿੱਚ ਦੋਨਾਂ 'ਚ ਦਰਦ ਆਉਂਦੀ ਹੈ ਜਾਂ ਕਈ ਵਾਰ ਸਿਰਫ ਇੱਕ 'ਚ ਆਉਂਦੀ ਹੈ। ਅੱਧੀ ਲੱਤ 'ਚ ਦਰਦ ਆਉਂਦੀ ਹੈ, ਪੂਰੀ 'ਚ ਆਉਂਦੀ ਹੈ, ਸੁੰਨਪਨ ਨਾਲ ਆਉਂਦੀ ਹੈ, ਬਿਨਾਂ ਸੁੰਨਪਨ ਤੋਂ ਆਉਂਦੀ ਹੈ, ਖੜੇ ਹੋਣ ਦੇ 15 ਮਿੰਟ ਬਾਅਦ ਆਉਂਦੀ ਹੈ, ਜਾਂ ਖੜੇ ਹੋਣ ਨਾਲ ਕੋਈ ਤਕਲੀਫ ਨਹੀਂ, ਸਿਰਫ ਬੈਠਣ ਨਾਲ ਤਕਲੀਫ ਹੁੰਦੀ ਹੈ। ਤੁਹਾਡੀ ਬੈਕ ਪੇਨ ਸ਼ਾਇਦ 10 ਸਾਲ ਪਹਿਲੇ ਸ਼ੁਰੂ ਹੋਈ ਹੋਏ, ਸ਼ਾਇਦ 20 ਸਾਲ ਪਹਿਲੇ ਸ਼ੁਰੂ ਹੋਈ, ਸ਼ਾਇਦ 2 ਦਿਨ ਪਹਿਲਾਂ ਸ਼ੁਰੂ ਹੋਈ, ਗਿਰੇ ਤੁਸੀਂ, ਸਲਿਪ ਹੋਏ, ਝਟਕਾ ਲੱਗਿਆ, ਕੁਝ ਚੁੱਕਿਆ, ਕੁਝ ਵੱਜਿਆ, ਕਿਸੇ ਵੀ ਕਾਰਨ ਬੈਕ ਪੇਨ ਹੋ ਸਕਦੀ ਹੈ। ਬੈਕ ਪੇਨ ਫੀਮੇਲਸ ਦੇ ਵਿੱਚ ਰਿਪਰੋਡਕਟਿਵ ਸਿਸਟਮ, ਬੱਚੇਦਾਨੀ ਦੀ ਪ੍ਰੋਬਲਮ, ਜਾਂ ਤੁਹਾਨੂੰ ਜਿਹੜਾ ਤੁਹਾਡਾ ਮੰਥਲੀ ਸਾਈਕਲ ਹੈ, ਪੀਰੀਅਡਸ ਤੁਹਾਨੂੰ ਨੋਰਮਲ ਨਾ ਆਉਂਦੇ ਹੋਣ, ਉੱਥੇ ਸਿਸਟ ਹੋਏ, ਉਹਦੇ ਕਾਰਨ ਵੀ ਆ ਸਕਦੀ ਹੈ ਬੈਕ ਪੇਨ। ਉਦੋਂ ਵੀ ਆ ਸਕਦੀ ਹੈ ਜਦੋਂ ਤੁਹਾਡੀ ਸਿਰਫ ਅਖੀਰਲੀ ਹੱਡੀ ਜਿਹਨੂੰ ਅਸੀਂ ਟੇਲ ਬੋਨ ਕਹਿੰਦੇ ਹਾਂ ਉੱਥੇ ਸੱਟ ਵੱਜੀ ਹੋਏ। ਉਸ ਟੇਲ ਬੋਨ ਦੀ ਸੱਟ ਨਾਲ ਤੁਹਾਡੀ ਬੈਕ ਪੇਨ ਕਿਤੇ ਉੱਪਰਲੇ ਹਿੱਸੇ 'ਚ ਵੀ ਆ ਸਕਦੀ ਹੈ। ਐਵੇਂ ਵੀ ਹੋ ਸਕਦਾ ਤੁਹਾਡੀ ਮਿਡ ਬੈਕ 'ਚ ਕੋਈ ਦਿੱਕਤ ਰਹੀ ਹੋਏ, ਤੁਸੀਂ ਉਹਨੂੰ ਇਗਨੋਰ ਕਰਤਾ ਅਤੇ ਤੁਹਾਡੀ ਉਹ ਲੋਅਰ ਬੈਕ 'ਚ ਸ਼ਿਫਟ ਹੋ ਗਈ ਹੋਏ। ਹੁਣ ਸਾਡੇ ਕੋਲ ਉਹ ਵੀ ਕੇਸਿਸ ਆਉਂਦੇ ਨੇ ਜਿਨ੍ਹਾਂ ਨੂੰ ਕਦੀ ਕੋਈ ਸੱਟ ਨਹੀਂ ਲੱਗੀ ਬਟ ਫਿਰ ਵੀ ਬੈਕ ਪੇਨ ਹੈਗੀ ਹੈ। ਉਹਨਾਂ ਦਾ ਰੀਜ਼ਨ ਸਭ ਤੋਂ ਵੱਡਾ ਕਿ ਉਹਨਾਂ ਨੇ 12-12, 14-14 ਘੰਟਾ ਕਈ ਸਾਲ ਕੁਰਸੀ 'ਤੇ ਬਿਤਾਏ ਨੇ। ਰੀਜ਼ਨ ਕਿ ਉਹ ਸਿਟਿੰਗ ਜੌਬ ਦੇ ਵਿੱਚ ਹੈਗੇ ਨੇ। ਸੋ ਉਹਨਾਂ ਦੀ ਬੈਕ ਪੇਨ ਕਿਉਂਕਿ ਉਹਨਾਂ ਦੇ ਹਿਪਸ ਦੇ ਮਸਲ ਇੰਨੇ ਵੀਕ ਹੋ ਗਏ ਨੇ, ਸਪਾਈਨ ਦੇ ਮਸਲਸ ਇੰਨੇ ਵੀਕ ਹੋ ਗਏ ਨੇ ਕਿ ਉਹ ਰੀੜ੍ਹ ਦੀ ਹੱਡੀ ਨੂੰ ਸਪੋਰਟ ਹੀ ਨਹੀਂ ਕਰਦੇ ਨੇ। ਸੋ ਉਹਨਾਂ ਨੂੰ ਅਚਾਨਕ ਇੱਕ ਦਿਨ ਬੈਕ ਪੇਨ ਆ ਜਾਂਦੀ ਹੈ ਵਿਦਆਊਟ ਐਨੀ ਪ੍ਰਾਇਰ ਇੰਜਰੀ, ਮਤਲਬ ਉਹਨਾਂ ਨੂੰ ਉਸ ਤੋਂ ਪਹਿਲਾਂ ਕੋਈ ਇੰਜਰੀ ਹੋਈ ਨਹੀਂ ਹੁੰਦੀ, ਤਾਂ ਉਹਨਾਂ ਨੂੰ ਇਹ ਹੈਰਾਨੀਜਨਕ ਹੁੰਦਾ ਕਿ ਮੈਨੂੰ ਬੈਕ ਪੇਨ ਕਿਉਂ ਆ ਗਈ, ਮੈਂ ਤਾਂ ਆਰਾਮ ਨਾਲ ਬੈਠ ਕੇ ਕੰਮ ਕਰ ਰਿਹਾ ਸੀ
ਜਾਂ ਕੰਮ ਕਰ ਰਹੀ ਸੀ। ਸੋ ਬਹੁਤ ਸਾਰੇ ਰੀਜ਼ਨਸ ਨੇ, ਡਿਫਰੈਂਟ ਰੀਜ਼ਨਸ ਨੇ, ਹਰ ਕਿਸੇ ਦਾ ਰੀਜ਼ਨ ਦੂਜੇ ਨਾਲ ਮੈਚ ਹੋਣਾ ਜ਼ਰੂਰੀ ਨਹੀਂ ਹੈ, ਤੇ ਹਰ ਕਿਸੇ ਦੀ ਪੇਨ ਦੀ ਇੰਟੈਂਸਿਟੀ, ਪੇਨ ਕਿੰਨੀ ਜ਼ਿਆਦਾ ਹੈ, ਘੱਟ ਹੈ, ਕਿੱਥੇ ਹੈ, ਇਹ ਮੈਚ ਹੋਣਾ ਜ਼ਰੂਰੀ ਨਹੀਂ ਹੈ। ਹਾਂ, ਕਈ ਵਾਰ ਪੇਨ ਦੇ ਨਾਲ ਨਾਲ ਜਲਨ ਵੀ ਮਹਿਸੂਸ ਹੁੰਦੀ ਹੈ, ਲੱਤਾਂ ਦੇ ਵਿੱਚ ਸੇਕ ਨਿਕਲਦਾ ਹੈ, ਪੈਰਾਂ 'ਚੋਂ ਸੇਕ ਨਿਕਲਦਾ ਹੈ। ਸੋ ਇਸ ਟਾਈਮ ਅਸੀਂ ਜਦੋਂ ਪੇਸ਼ੈਂਟ ਨੂੰ ਚੈੱਕ ਕਰਦੇ ਹਾਂ, ਉਸ ਟਾਈਮ ਅਸੀਂ ਪੂਰੀ ਬੋਡੀ ਨੂੰ ਚੈੱਕ ਕਰਦੇ ਹਾਂ, ਕਿਉਂਕਿ ਸਾਡੇ ਲਈ ਇੱਥੇ ਬ੍ਰੇਨ ਸਪਾਈਨ ਐਂਡ ਜੁਆਇੰਟ ਕਲੀਨਿਕ ਤੇ ਮੇਰੇ ਲਈ ਤੇ ਮੇਰੀ ਟੀਮ ਲਈ ਤੁਹਾਡੀ ਬੋਡੀ ਇੱਕ ਯੂਨਿਟ ਹੈ। ਬੋਡੀ ਇੱਕ ਸਿੰਗਲ ਸਟਰਕਚਰ, ਸਿੰਗਲ ਯੂਨਿਟ ਹੈ, ਜਿਹਨੂੰ ਅਸੀਂ ਸਿਰ ਤੋਂ ਲੈ ਕੇ ਪੈਰ ਤੱਕ ਚੈੱਕ ਕਰਨਾ ਹੈ। ਤੁਸੀਂ ਤੁਹਾਡੀ ਪਰਮਿਸ਼ਨ ਨਾਲ, ਬਟ ਤੁਸੀਂ ਇੰਨੇ ਅਵੇਅਰ ਹੋਣੇ ਚਾਹੀਦੇ ਹੋ, ਇੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇਹਨੂੰ ਚੈੱਕ ਕਰਨਾ ਹੈ। ਅਸੀਂ ਤੁਹਾਨੂੰ ਐਕਸਪਲੇਨ ਕਰਦੇ ਹਾਂ ਅਸੀਂ ਕਿਉਂ ਚੈੱਕ ਕਰਨਾ ਹੈ, ਬਟ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਦਰਦ ਪੂਰੇ ਸਰੀਰ 'ਚ ਹੋਏ। ਜਿੱਥੇ ਤੁਹਾਡੀ ਦਰਦ ਹੈ ਉਹ ਸਾਡਾ ਪਹਿਲਾ ਕੰਸਰਨ ਹੈਗਾ, ਬਟ ਉਹ ਦਰਦ ਸ਼ੁਰੂ ਕਿੱਥੋਂ ਹੋਈ ਹੈ ਉਹ ਸਾਡੀ ਟ੍ਰੀਟਮੈਂਟ ਪ੍ਰੋਟੋਕੋਲ ਦਾ ਮੇਜਰ ਕੰਸਰਨ ਹੈਗਾ। ਹੁਣ ਸਪਾਈਨ ਦੇ ਵਿੱਚ ਜਦੋਂ ਸਪਾਈਨਲ ਪੇਨ ਹੁੰਦੀ ਹੈ ਨਾ, ਉਦੋਂ ਸਭ ਤੋਂ ਕਾਮਨ ਜਿਹੜਾ ਕੁਐਸਚਨ ਦਿੱਤਾ ਜਾਂਦਾ ਹੈ ਜਾਂ ਐਡਵਾਈਸ ਦਿੱਤਾ ਜਾਂਦਾ ਹੈ ਕਿ ਮੈਂ ਰੈਸਟ ਕਰਾਂ, ਬੈਲਟ ਲਗਾ ਲਾਂ ਤੇ ਬੈੱਡ ਤੇ ਬੈਠਿਆ ਰਵਾਂ ਜਾਂ ਬੈਠੀ ਰਵਾਂ ਤੇ ਰੈਸਟ ਕਰਾਂ। ਨਹੀਂ, ਕਿਉਂਕਿ ਜਿਹੜੀ ਸਪਾਈਨ ਹੈ ਉਹਦੇ ਜਿਹੜੇ ਇੰਨੇ ਜੋੜ ਹੈ, ਉਹਦੇ 'ਚ ਇੰਨੀ ਜਿਹੜੀ ਫਲੈਕਸੀਬਿਲਿਟੀ ਕੁਦਰਤ ਨੇ ਸਾਨੂੰ ਦਿੱਤੀ ਹੈ, ਉਹ ਇਸ ਕਰਕੇ ਦਿੱਤੀ ਹੈ ਕਿ ਅਸੀਂ ਮੂਵ ਕਰੀਏ। ਮੂਵਮੈਂਟ ਬਹੁਤ ਜ਼ਰੂਰੀ ਹੈ, ਜਿੰਨੀ ਮੂਵਮੈਂਟ ਉਹਦੀ ਹੋਏਗੀ ਉਨੀ ਉਹ ਹੈਲਦੀ, ਲੰਬੇ ਟਾਈਮ ਤੱਕ, ਸਾਡੇ ਅਖੀਰਲੇ ਪਲਾਂ ਤੱਕ ਉਹ ਉਨੀ ਹੈਲਦੀ ਰਹੇਗੀ। ਮਤਲਬ ਜਦੋਂ ਅਸੀਂ ਰੱਬ ਤੋਂ ਇਹ ਮੰਗਦੇ ਹਾਂ ਕਿ ਜਦੋਂ ਅਸੀਂ ਇੱਥੋਂ ਜਾਈਏ ਤੇ ਜਦੋਂ ਰੱਬ ਸਾਨੂੰ ਚੱਕੇ ਤੇ ਅਸੀਂ ਆਪਣੇ ਹੱਥਾਂ ਪੈਰਾਂ ਤੇ ਕੰਮ ਕਰਦੇ ਹੋਵਾਂ, ਅਸੀਂ ਬੈੱਡ ਰਿਡਨ ਨਾ ਹੋਈਏ, ਅਸੀਂ ਬੈੱਡ ਤੇ ਪਏ ਹੋਏ ਨਾ ਹੋਈਏ, ਤਾਂ ਉਹਦੇ ਲਈ ਸਾਨੂੰ ਵੀ ਐਫਰਟਸ ਕਰਨੇ ਪੈਣਗੇ ਕਿ ਸਾਡੀ ਸਪਾਈਨ ਹਮੇਸ਼ਾ ਹੈਲਦੀ ਰਹੇ। ਕਿਉਂ ਹੈਲਦੀ ਕਦੋਂ ਰਹੇਗੀ? ਜਦੋਂ ਅਸੀਂ ਹਮੇਸ਼ਾ ਮੂਵਮੈਂਟ ਕਰਾਂਗੇ। ਮੂਵਮੈਂਟ ਦਾ ਮਤਲਬ ਇੱਥੇ, ਹਾਂ ਜੀ, ਮੂਵਮੈਂਟ ਦਾ ਮਤਲਬ ਇੱਥੇ ਬਿਲਕੁਲ ਵੀ ਨਹੀਂ ਹੈ ਕਿ ਤੁਸੀਂ ਹਾਰਡਕੋਰ ਜਿਮਿੰਗ ਕਰੋਗੇ। ਮੈਂ ਇੱਥੇ ਹਾਰਡਕੋਰ ਜਿਮਿੰਗ ਬਾਰੇ ਨਹੀਂ ਕਹਿ ਰਹੀ ਹਾਂ, ਬਿਕਾਜ਼ ਜਿਹੜਾ ਜਿਮਿੰਗ ਵਾਲਾ ਹੈਗਾ ਉਹ ਵੀ ਅਲੱਗ ਆਰਟ ਹੈ। ਉੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਡੀ ਬੋਡੀ ਦੇ ਹਿਸਾਬ ਨਾਲ ਕਿਹੜਾ ਮਸਲ ਤੁਸੀਂ ਪਹਿਲਾਂ ਟ੍ਰੇਨ ਕਰਨਾ ਹੈ, ਕਿਹਦੇ ਤੇ ਜ਼ਿਆਦਾ ਫੋਕਸ ਕਰਨਾ ਹੈ, ਕਿਹਦੇ ਤੇ ਘੱਟ ਫੋਕਸ ਕਰਨਾ ਹੈ, ਔਰ ਇਹ ਸਭ ਕੁਝ ਤੁਹਾਨੂੰ ਤੇ ਤੁਹਾਡੇ ਇੰਸਟ੍ਰਕਟਰ ਨੂੰ ਪਤਾ ਹੋਣਾ ਚਾਹੀਦਾ ਹੈ। ਵਾਪਸ ਆਪਣੇ ਟੌਪਿਕ ਵੱਲ, ਟ੍ਰੀਟਮੈਂਟ ਵੱਲ ਆਉਂਦੇ ਹੋਏ ਕਿ ਮੂਵਮੈਂਟ ਦਾ ਮਤਲਬ ਕੀ ਹੈ। ਮੂਵਮੈਂਟ ਦਾ ਮਤਲਬ ਇਹ ਹੈ ਕਿ ਘੱਟ ਬੈਠੋ, ਜ਼ਿਆਦਾ ਮੂਵ ਕਰੋ, ਘੱਟ ਲੇਟੋ, ਜ਼ਿਆਦਾ ਮੂਵ ਕਰੋ। ਸਿਰਫ ਔਰ ਮੂਵਮੈਂਟ ਦੇ ਵਿੱਚ ਵੈਰਾਈਟੀ ਵੀ ਹੋਣੀ ਚਾਹੀਦੀ ਹੈ। ਮੂਵਮੈਂਟ ਤੁਹਾਡੀ ਹਰ ਡਾਇਰੈਕਸ਼ਨ ਦੇ ਵਿੱਚ, ਹਰ ਪਲੇਨ ਦੇ ਵਿੱਚ ਹੋਣੀ ਚਾਹੀਦੀ ਹੈ। ਪਲੇਨ ਦਾ ਮਤਲਬ ਅਗੇਨ ਡਾਇਰੈਕਸ਼ਨ ਦੇ ਵਿੱਚ ਆਉਂਦਾ ਹੈ। ਜਿਵੇਂ ਸਾਡੇ ਫਿਜ਼ਿਕਸ ਦੇ ਵਿੱਚ ਪਲੇਨਸ ਹੁੰਦੇ ਨੇ, ਸੈਜਾਈਟਲ, ਟਰਾਂਸਵਰਸ ਤੇ ਡਾਇਗਨਲ ਪਲੇਨਸ ਹੁੰਦੇ ਨੇ। ਇਹਨਾਂ ਫਰੰਟਲ ਪਲੇਨ, ਸੌਰੀ, ਸੈਜਾਈਟਲ, ਫਰੰਟਲ ਐਂਡ ਟਰਾਂਸਵਰਸ ਪਲੇਨ। ਇਹਨਾਂ ਵਿੱਚ ਜਿਹੜਾ ਅਸੀਂ ਮਿਸ ਕਰਦੇ ਹਾਂ, ਉਹ ਅਸੀਂ ਮਿਸ ਕਰਦੇ ਹਾਂ ਓਬਲੀਕ ਮੂਵਮੈਂਟ, ਮਤਲਬ ਡਾਇਗਨਲ ਪੈਟਰਨ ਦੇ ਵਿੱਚ ਅਸੀਂ ਮੂਵਮੈਂਟ ਸਭ ਤੋਂ ਜ਼ਿਆਦਾ ਘੱਟ ਕਰਦੇ ਹਾਂ, ਜਿਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਹੈ ਰੋਟੇਸ਼ਨਲ ਮੂਵਮੈਂਟਸ। ਰੋਲਿੰਗ, ਜਿਹੜਾ ਛੋਟਾ ਬੱਚਾ ਪਾਸੇ ਲੈਂਦਾ ਸੀ, ਪਲਟੀਆਂ ਮਾਰਦਾ ਸੀ, ਉਹ ਜਿੱਦਾਂ ਆਪਾਂ ਵੱਡੇ ਹੋ ਜਾਂਦੇ ਹਾਂ ਉਹ ਖਤਮ ਹੋ ਜਾਂਦਾ, ਬਿਕਾਜ਼ ਸਾਡਾ ਇਹ ਪਰਸੈਪਸ਼ਨ ਹੈ ਕਿ ਇਹ ਸਿਰਫ ਛੋਟੇ ਬੱਚੇ ਦਾ ਕੰਮ ਸੀਗਾ ਜਦੋਂ ਉਹ ਬੈੱਡ 'ਤੇ ਹੋਰ ਕੁਝ ਨਹੀਂ ਕਰ ਸਕਦਾ ਸੀਗਾ। ਸੋ ਹੋਰ ਬਹੁਤ ਸਾਰੀਆਂ ਮੂਵਮੈਂਟਸ ਅਸੀਂ ਮਿਸ ਕਰਦੇ ਹਾਂ, ਜਿਵੇਂ ਪੈਰਾਂ ਭਾਰ ਬੈਠਣਾ, ਜਿਵੇਂ ਬੱਚੇ ਦੀ ਤਰ੍ਹਾਂ ਘੋੜਾ ਬੰਨ੍ਹਦੇ ਸੀ ਜਾਂ ਉਹਨੂੰ ਖਿਡਾਉਣ ਲਈ ਜਦੋਂ ਘੋੜਾ ਬੰਨ੍ਹਦੇ ਸੀਗੇ, ਇਹ ਮਿਸ ਕਰਦੇ ਨੇ। ਇਹ ਕੁਝ ਐਸੀਆਂ ਮੂਵਮੈਂਟਸ ਨੇ ਜਿਹੜੀਆਂ ਕਿ ਜੇ ਡੇਲੀ ਲਾਈਫ 'ਚ ਰਹਿਣਗੀਆਂ ਤਾਂ ਸ਼ਾਇਦ ਕਿਆ 100% ਬੈਕ ਪੇਨ ਹੋਣ ਦੇ ਚਾਂਸਿਸ ਜ਼ੀਰੋ ਹੋ ਜਾਂਦੇ ਨੇ। ਹੁਣ ਬੈੱਡ ਰੈਸਟ ਸੋਲਿਊਸ਼ਨ ਆਫ ਕੋਰਸ ਨਹੀਂ ਹੈ। ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਮੂਵਮੈਂਟ ਐਡਵਾਈਸ ਕਰਦੇ ਹਾਂ, ਪਰ ਪਹਿਲੇ ਦਿਨ ਜਿਹੜੀ ਮੂਵਮੈਂਟ ਹੁੰਦੀ ਹੈ ਉਹ ਹੁੰਦੀ ਹੈ ਜਿੰਨੀ ਅਸੀਂ ਤੁਹਾਨੂੰ ਐਡਵਾਈਸ ਕਰਦੇ ਹਾਂ। ਹੌਲੀ ਹੌਲੀ ਤੁਹਾਡੀ ਮੂਵਮੈਂਟ ਦੀ ਜਿਹੜਾ ਦਾਇਰਾ ਹੈ ਉਹ ਵੱਡਾ ਹੁੰਦਾ ਜਾਂਦਾ ਔਰ ਉਹਦੇ ਵਿੱਚ ਵੈਰਾਈਟੀ ਹੋਰ ਐਡ ਹੁੰਦੀ ਜਾਂਦੀ ਹੈ। ਹੁਣ ਨੈਕਸਟ ਜਿਹੜਾ ਮਿਸਕਨਸੈਪਸ਼ਨ ਹੈਗਾ ਜਾਂ ਜਿਹੜੀ ਗਲਤਫਹਿਮੀ ਹੈਗੀ ਸਾਨੂੰ ਲੈ ਕੇ ਹੋਇਆ ਕਿ ਸਰਜਰੀ ਹੀ ਆਨਸਰ ਹੈ ਇਹਦਾ। ਨਹੀਂ, ਸਰਜਰੀ ਹੀ ਆਨਸਰ ਇਹਦਾ ਨਹੀਂ ਹੈ। ਸਰਜਰੀ ਅਸੀਂ ਪੇਸ਼ੈਂਟ ਨੂੰ ਕਦੋਂ ਐਡਵਾਈਸ ਕਰਦੇ ਹਾਂ? ਸਰਜਰੀ ਅਸੀਂ ਉਦੋਂ ਐਡਵਾਈਸ ਕਰਦੇ ਹਾਂ ਜਦੋਂ ਪੇਸ਼ੈਂਟ ਨੂੰ ਜਿਹੜਾ ਸਾਡਾ ਸੁਸੂ ਪੋਟੀ ਵਾਲਾ ਏਰੀਆ ਹੁੰਦਾ ਹੈ, ਜਿਹਨੂੰ ਅਸੀਂ ਐਨਲ ਏਰੀਆ ਕਹਿੰਦੇ ਹਾਂ, ਉਹਦੇ ਆਲੇ ਦੁਆਲੇ ਵਾਲਾ ਏਰੀਆ ਜਿਹੜਾ ਹੈਗਾ ਹੈ, ਉੱਥੇ ਸੈਂਸੇਸ਼ਨ ਜਿਹੜੀ ਹੈਗੀ ਹੈ ਉਹ ਬਾਕੀ ਏਰੀਆ ਜਿੱਦਾਂ ਨੋਰਮਲ ਨਹੀਂ ਹੈਗੀ। ਉੱਥੇ ਕੋਈ ਸੁੰਨਪਨ ਦੀ ਸ਼ਿਕਾਇਤ ਹੈਗੀ ਹੈ। ਅਸੀਂ ਉਹ ਚੈੱਕ ਕਰਦੇ ਹਾਂ ਕਾਟਨ ਵਾਈਪਸ ਨਾਲ। ਕਾਟਨ ਨੂੰ ਅਸੀਂ ਬਰੀਕ ਬਣਾ ਲੈਂਦੇ ਹਾਂ ਔਰ ਉਸਨੂੰ ਉੱਥੇ ਟੱਚ ਕਰਕੇ ਦੇਖਦੇ ਹਾਂ। ਇਹ ਸੈਂਸਰੀ ਐਗਜ਼ਾਮੀਨੇਸ਼ਨ ਰਹਿੰਦਾ ਹੈ। ਇਹ ਨਿਊਰੋਲੋਜੀਕਲ ਫਿਜ਼ੀਓਥੈਰੇਪਿਸਟ ਨੂੰ ਜਿਹੜੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੈ ਕਿਸ ਤਰ੍ਹਾਂ ਕਰੀਦਾ ਹੈ। ਜੇ ਉੱਥੇ ਸੈਂਸੇਸ਼ਨ ਦਾ 19-20 ਦਾ ਵੀ ਫਰਕ ਹੈਗਾ ਹੈ, ਅਸੀਂ ਬਾਰ-ਬਾਰ ਇਹ ਟੈਸਟ ਰਿਪੀਟ ਕਰਦੇ ਹਾਂ। ਜੇ ਫਰਕ ਹੈਗਾ ਹੈ ਨੋਰਮਲ ਸਕਿਨ ਨਾਲੋਂ, ਉਸ ਏਰੀਆ ਦੀ ਸਕਿਨ ਦੇ ਵਿੱਚ ਫਰਕ ਹੈਗਾ, ਤਾਂ ਯੈਸ ਇਹ ਇੱਕ ਕ੍ਰਾਈਟੀਰੀਆ ਹੈਗਾ ਕਿ ਤੁਹਾਨੂੰ ਸਰਜਰੀ ਲਈ ਐਡਵਾਈਸ ਕੀਤਾ ਜਾਏਗਾ।
दूसरा उस एरिया दी जिहड़ा साडा पॉटी वाला हिस्सा है उस छेद तो जिथों पॉटी बाहर आती है उतों असी ग्लव्ड स्टरलाइज्ड हैंड नाल चैक करके देखते हाँ कि ਉਹਦੀ स्ट्रेंथ कितनी है। जे वो 50% नालों नॉर्मल नालों घट हैगी है तो वो सर्जरी वाल पेशेंट जाएगा। थर्ड चीज़ जड़ा थोड़ी पेशाब की थैली है जिसनों असी ब्लैडर कहने हैं यूरिनरी ब्लैडर ਉਹਦਾ ਅਸੀਂ ਅਲਟਰਾਸਾਊਂਡ करवा के वेखते हाँ। सुसू करन तो बाद ब्लैडर खाली करन तो बाद जे उस विच 50 cc नालों यूरिन ज़्यादा हैगा है इस क्वांटिटी नालों यूरिन ज़्यादा बच जाता है पिछे तो सर्जरी एडवाइसेबल है। दैन जे थोड़ी मसल वेस्टिंग होगी मसल वेस्टिंग मतलब वो किस लत्त दा मांसपेशी सुक गई पट की मांसपेशी सुक गई तो शायद पहले वाले 4-3 चीज़ों च मैं क्या 100% सर्जरी इस दे विच शायद वो हुण तुहाडा थेरेपिस्ट तुहानूं एग्जामिन करके हथ लगा के टेस्ट करके दसेगा कि यह मसल दोबारा तो ठीक हो सकता है कि इनू सर्जरी वाल ही जाना है। बट ऐसे केसेस रहे ने जिन्होंने सर्जरी करा ली उस तो बाद उन्होंने लत्त की मांसपेशी सुक गई पैर की मांसपेशी सुक गई तो उन्होंने फुट ड्रॉप हो गया फिर असी उन्होंने फिजियोथेरेपी राही 3 तो 6 महीने के अंदर ठीक करके दिता बैक टू नॉर्मल करके दिता एटलीस्ट 80 to 85% नॉर्मल हो गई। बट इत्थे पेन ते नमनेस कि मेरी लत्त विच दर्द है तो लत्त विच सुनपन है तो लत्त पैर सौंदा है यह बिल्कुल भी डिसाइड नहीं करता कि तुहानूं सर्जरी की जरूरत हैगी है। यह इंडिकेटर नहीं है सर्जरी लई। सो यह ध्यान रखियो जे तुहाडे किसी जानकार नूं या तुहानूं खुद नूं सिर्फ लत्त विच दर्द है या सुनपन है लत्त या पैर दे विच तो उन्होंने कहा जाए कि सर्जरी कराओ तो प्लीज़ एक सैकेंड ओपीनियन जरूर लियो। ओपीनियंस थोनों मिलनगे थोनों सिर्फ बट उस टाइम थोड़ी अपनी हालत की है वो भी मैटर करती है। किसी के कहन दे किसी के आखे च आके सर्जरी ना कराओ चाहे वो कोई भी कह रहा है थोनों। सो ਜਦੋਂ ਅਸੀਂ एक थेरेपिस्ट को जाने जिवें साडे कोल कोई पेशेंट आता है जिदा मैं पहला कहा सी कि मैं तो मेरी टीम थोड़ी बॉडी नूं एक यूनिट कंसिडर करती है असीं सिर तो पैर तक लैके थोड़ा एग्जामिनेशन करना है बिकॉज जड़ी थोड़ी रीजन ये पिछे की है कि बॉडी सारे पासों कनैक्टेड है एक मांसपेशी दूजी नाल दूजी तीजी नाल तीजी 100वीं मांसपेशी नाल एक हड्डी दूजी नाल ते दूजी 100वीं हड्डी नाल इदां ही 600 हड्डियां आपस च जुड़ियां हुई हैं। किस तरह जुड़ियां उन्हां दे विच जिन्ना सॉफ्ट टिशू है जड़ा स्ट्रक्चर है वो हर चीज़ से साडी नज़र रहिंदी है हर चीज़ दे विच असीं अपना ध्यान रखते हैं कि हाँ इसनूं की दिक्कत हो सकती है कि उन्होंने रूल आउट करके एक असी डायग्नोसिस एक रिजल्ट ते पहुँचीए तो उस दे अकॉर्डिंग थोड़ी प्रॉब्लम के अकॉर्डिंग थोड़ा ट्रीटमेंट होएगा। जे साडे कोल एक टाइम ते एक घर दे विच 2 सकियां भैणां भी बैक पेन नाल आउणगियां ते दोनों का ट्रीटमेंट दे अलग अलग होने दे चांसिस 100% हैगे ने। सो जी मिथ हैगी है कि बैक पेन फिजियोथेरेपी को जाओगे सेक लगेगा करंट लगेगा खिच पेगी 4 एक्सरसाइज दसांगे भैने मैं भी तेनों यही दस दांगी ये बिल्कुल गलत है बिकॉज थोड़ा ट्रीटमेंट थोड़ी प्रॉब्लम जड़ी हैगी वो सेम नहीं हैगी तो थोड़ा जड़ा इलाज है वो भी सेम नहीं होएगा। हुण जड़ा नैक्सट इस मैं एग्जाम्पल देना चाहांगी वो है कि इदा बहुत केसिस रहे हैं जो बैक पेन होंदी है तो असीं उन्होंने गर्दन तो ठीक किया है गर्दन के मनकियां तो ठीक किया है तो कई बार गर्दन च दर्द होंदी है तो असीं चूले नूं सही अलाइनमेंट दे के हिप बोन नूं सही अलाइनमेंट दे के असीं गर्दन की दर्द नूं दूर किया है। सो कई बार असीं ऐसे पेशेंट्स होंदे ने जिन्होंने बैक पेन की ट्रीटमेंट असी उन्होंने पेट ते ऑस्टियोपैथी करके जिन्हों असी विसरल ऑस्टियोपैथी कहने वो करके उन्होंने रिलीफ दिता है। हुण विसरल ऑस्टियोपैथी साडी ट्रीटमेंट का एक बहुत इंपॉर्टेंट हिस्सा हैगा इस ते मैं वीडियो थोनों विस्तार विच बाद विच दसांगी और पर इकलौता क्लिनिक है ट्राई सिटी का चंडीगढ़ मोहाली पंचकुला का जिहड़ा ऑस्टियोपैथी डिटेल दे विच तुहानूं करके दिंदा है। हुण मसल्स की मूव करते हैं मसल्स बोन्स मूव कर दियां ने तो मसल्स नूं सिग्नल मिलता है ब्रेन तो हुण सब कुछ कनैक्टेड है। पेन की गल करिए कि पेन आई क्यों सी पेन इस करके आई सी क्योंकि तुहाडी बॉडी ने सिग्नल दिता सी कि कुछ चेंज करो। हुण क्या चेंज करो अपनी हैबिट्स ते बिहेवियर्स चेंज करो
ਇਹ ਸਭ ਕੁਝ ਆਉਂਦਾ ਹੈ ਮਤਲਬ ਕਿ ਆਪਣਾ ਲਾਈਫ ਸਟਾਈਲ ਚੇਂਜ ਕਰੋ। ਇਹਦੇ ਵਿੱਚ ਆਉਂਦਾ ਹੈ ਕਿ ਤੁਸੀਂ ਕੀ ਖਾ ਰਹੇ ਹੋ, ਕਦੋਂ ਸੋ ਰਹੇ ਹੋ, ਕਦੋਂ ਖਾ ਰਹੇ ਹੋ, ਕਿੰਨਾ ਪਾਣੀ ਪੀ ਰਹੇ ਹੋ, ਪਾਣੀ ਬਹੁਤ ਠੰਡਾ ਪੀ ਰਹੇ ਹੋ ਕਿ ਨੋਰਮਲ ਪੀ ਰਹੇ ਹੋ, ਸਾਹ ਕਿਸ ਤਰ੍ਹਾਂ ਲੈ ਰਹੇ ਹੋ, ਬਿਕਾਜ਼ ਸਾਡਾ ਬਰੀਦਿੰਗ ਜਿਹੜਾ ਹੈਗਾ ਨਾ ਮੈਕੈਨਿਜ਼ਮ ਉਹ ਬਹੁਤ ਇੰਪੋਰਟੈਂਟ ਹੈ। ਜੇ ਨੋਰਮਲ ਨਹੀਂ ਹੋਏ ਤਾਂ ਸਾਨੂੰ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਤੁਸੀਂ ਕਿੰਨਾ ਲੋਕਾਂ ਨਾਲ ਉੱਠਦੇ ਬੈਠਦੇ ਹੋ, ਉਹ ਪੋਜ਼ਿਟਿਵ ਲੋਕ ਨੇ ਕਿ ਉਹ ਹਮੇਸ਼ਾ ਰੋਣ ਵਾਲੇ ਲੋਕ ਨੇ ਕਿ ਨੈਗੇਟਿਵ ਥਾਟਸ ਵਾਲੇ ਲੋਕ ਨੇ। ਤੁਸੀਂ ਗੈਜਟਸ, ਮੋਬਾਈਲ ਡਿਵਾਈਸਿਸ, ਟੀਵੀ, ਇਹਨਾਂ ਦੀ ਕਿੰਨੀ ਵਰਤੋਂ ਕਰਦੇ ਹੋ, ਕਦੋਂ ਤੱਕ ਕਰਦੇ ਹੋ, ਤੁਹਾਡਾ ਸਲੀਪਿੰਗ ਪੈਟਰਨ ਕੀ ਹੈ, ਤੁਹਾਡਾ ਪੜ੍ਹਨ ਲਿਖਣ ਦੇਖਣ ਸੁਣਨ ਦਾ ਕੰਟੈਂਟ ਕੀ ਹੈ। ਬਿਕਾਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਐਕਸਟਰਨਲ ਇਨਵਾਇਰਮੈਂਟ ਹੈਗਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਸਾਡੀ ਇੰਟਰਨਲ ਇਨਵਾਇਰਮੈਂਟ 'ਤੇ ਮਤਲਬ ਕਿ ਸਾਡੇ ਦਿਮਾਗ, ਸਾਡੀ ਰੂਹ ਅਤੇ ਸਾਡੇ ਸਰੀਰ ਦੇ ਉੱਤੇ ਜ਼ਰੂਰ ਪੈਂਦਾ ਹੈ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੁੜ ਕੇ ਬਹੁਤ ਵੱਡੀ ਪਿਕਚਰ ਬਣਾਉਂਦੀਆਂ। ਉਹ ਵੱਡੀ ਪਿਕਚਰ ਕੀ ਹੈ, ਆਈਦਰ ਹੈਲਦੀ ਸਟੇਟ ਔਰ ਅਨਹੈਲਦੀ ਸਟੇਟ, ਵੈਲਨੈਸ ਜਾਂ ਸਿਕਨੈਸ। ਮਤਲਬ ਜਾਂ ਤਾਂ ਤੁਸੀਂ ਸਦਾ ਹੀ ਬਿਮਾਰ ਹੋ ਕਿ ਕੋਈ ਬਿਮਾਰੀ ਪਿੱਛਾ ਹੀ ਨਹੀਂ ਛੱਡਦੀ, ਜਾਂ ਹਮੇਸ਼ਾ ਖਿਲੇ ਰਹਿੰਦੇ ਹੋ, ਤੰਦਰੁਸਤ ਰਹਿੰਦੇ ਹੋ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਇਨਪੁਟ ਦੇ ਕੀ ਰਹੇ ਹੋ। ਸਿਰਫ ਖਾਣਾ ਨਹੀਂ ਹੈ ਇਹਦੇ ਵਿੱਚ, ਸੋਣਾ, ਉੱਠਣਾ, ਬੈਠਣਾ, ਕਿਸ ਨਾਲ ਬੋਲ ਰਹੇ ਹੋ, ਕਿਸ ਤਰ੍ਹਾਂ ਬੋਲ ਰਹੇ ਹੋ, ਕਿਆ ਦੇਖ ਰਹੇ ਹੋ, ਸੁਣ ਰਹੇ ਹੋ, ਪੜ੍ਹ ਰਹੇ ਹੋ, ਔਰ ਕਿੰਨਾ ਪਾਣੀ ਪੀ ਰਹੇ ਹੋ, ਇਹ ਸਭ ਕੁਝ ਇਹਦੇ ਵਿੱਚ ਆਉਂਦਾ ਹੈ। ਪੇਨ ਤੋਂ ਪਹਿਲਾਂ ਤੁਹਾਨੂੰ ਬੋਡੀ ਸਿਗਨਲ ਦਿੰਦੀ ਹੈ। ਉਹ ਛੋਟੇ ਛੋਟੇ ਸਿਗਨਲਸ ਕੀ ਨੇ ਕਿ ਜਿਵੇਂ ਫੁਰਤੀ ਨਾ ਰਹਿਣਾ ਸਰੀਰ ਦੇ ਵਿੱਚ, ਸਵੇਰੇ ਉੱਠਦੇ ਹੋ ਤੇ ਦਿੱਕਤ ਹੋਣੀ, ਉੱਠਣ ਦਾ ਦਿਲ ਨਹੀਂ ਕਰਨਾ, ਜਿਹਨੂੰ ਆਪਾਂ ਕਹਿੰਦੇ ਕਿ ਮੇਰਾ ਦਿਮਾਗ ਹੀ ਨਹੀਂ ਖੁੱਲ੍ਹਦਾ ਹੈ, ਦਿਮਾਗ ਮੇਰਾ ਬੰਦ ਰਹਿੰਦਾ, ਸਰੀਰ ਚੱਲਦਾ, ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਹੋ ਕੀ ਰਿਹਾ। ਤੁਹਾਡੀ ਜੋਇੰਟਸ ਦੇ ਵਿੱਚ, ਤੁਹਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਕੁਛ ਨਾ ਕੁਛ ਰੁਕਾਵਟ, ਜਿਵੇਂ ਝੁਕਣ ਦੇ ਵਿੱਚ ਰੁਕਾਵਟ, ਤੇਜ਼ ਚੱਲਣ 'ਚ ਰੁਕਾਵਟ, ਤੁਹਾਡੀ ਜਿਹੜੀ ਚਾਲ ਪਹਿਲੇ ਵਰਗੀ ਨਹੀਂ ਰਹੀ, ਤੁਹਾਨੂੰ ਮੇਬੀ ਚੌਂਕੜੀ ਮਾਰਨ 'ਚ ਸ਼ੁਰੂ 'ਚ ਦਿੱਕਤ ਆਈ ਹੋਏ, ਜਾਂ ਥੱਲੇ ਬੈਠਣ, ਪੁੰਜੇ ਬੈਠਣ 'ਚ ਦਿੱਕਤ ਆਈ ਹੋਏ, ਤੁਹਾਨੂੰ ਜਿਹੜਾ ਤੁਹਾਡਾ ਸਲੀਪ ਸਾਈਕਲ ਹੈ ਉਹ ਵਧੀਆ ਨਹੀਂ ਹੈ, ਮਤਲਬ ਤੁਸੀਂ ਸੌਂਦੇ ਹੋ ਪਰ ਫਰੈਸ਼ ਨਹੀਂ ਹੁੰਦੇ, ਜਾਂ ਘਬਰਾਹਟ ਹੁੰਦੀ ਹੈ ਤੇ ਉੱਠ ਜਾਂਦੇ ਹੋ, ਜਾਂ ਬਹੁਤ ਜ਼ਿਆਦਾ ਯੂਰਿਨ ਪਾਸ ਕਰਨਾ ਪੈ ਰਿਹਾ ਹੈ, ਜਾਂ ਯੂਰਿਨ ਪਾਸ ਹੀ ਨਹੀਂ ਹੁੰਦਾ, ਮੇਬੀ ਤੁਹਾਨੂੰ ਗੈਸ ਬਣਨੀ ਜ਼ਿਆਦਾ ਸ਼ੁਰੂ ਹੋ ਗਈ। ਹੁਣ ਇੱਥੇ ਇੱਕ ਕਾਮਨ ਚੀਜ਼, ਗੈਸ ਬਣਨਾ ਤੇ ਡਕਾਰ ਆਉਣਾ ਇੱਕ ਚੀਜ਼ ਨਹੀਂ ਹੈ। ਕਈ ਵਾਰ ਐਸਿਡਿਟੀ ਹੁੰਦੀ ਹੈ ਪਰ ਸਾਨੂੰ ਡਕਾਰ ਨਹੀਂ ਆਉਂਦੀ। ਇਹ ਵੀ ਬਹੁਤ ਵੱਡਾ ਇੱਕ ਮਿਸਕਨਸੈਪਸ਼ਨ ਹੈ ਲੋਕਾਂ 'ਚ। ਦੂਸਰਾ ਕਿ ਮੂਡ ਬਹੁਤ ਫਲਕਚੁਏਟ ਕਰਦਾ ਹੈ, ਇੱਕਦਮ ਗੁੱਸਾ ਆ ਜਾਂਦਾ ਹੈ, ਇਰੀਟੇਟ ਹੋ ਜਾਂਦੇ ਹੋ, ਫਿਰ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਂਦੇ ਹੋ, ਐਂਡ ਸਰੀਰ ਜਕੜਿਆ ਰਹਿੰਦਾ ਹੈ। ਇਹਨਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ, ਇਹ ਸਭ ਕੁਝ ਇਕੱਠੇ ਵੀ ਹੋ ਸਕਦੇ ਨੇ। ਸੋ ਇਹ ਛੋਟੇ ਛੋਟੇ ਸਿਗਨਲ ਹੁੰਦੇ ਨੇ। ਇਹ ਸਭ ਤੋਂ ਜਦੋਂ ਬੋਡੀ ਦੀ ਬੱਸ ਹੋ ਜਾਂਦੀ ਹੈ ਫਿਰ ਉਹ ਇੱਕ ਵੱਡਾ ਸਿਗਨਲ ਦਿੰਦੀ ਹੈ ਪੇਨ। ਔਰ ਪੇਨ ਦੀ ਵੀ ਇੰਡੀਅਨ ਸੋਸਾਇਟੀ ਦੇ ਵਿੱਚ ਕੀ ਹੈਗਾ ਕਿ ਪੇਨ ਜਦੋਂ ਐਕਸਟ੍ਰੀਮ 'ਚ ਜਾਂਦੀ ਹੈ ਅਸੀਂ ਉਦੋਂ ਇਲਾਜ ਲੱਭਦੇ ਹਾਂ ਅਤੇ ਉਦੋਂ ਚਾਹੁੰਦੇ ਹਾਂ ਕਿ ਸਾਨੂੰ ਇਲਾਜ 2 ਦਿਨ 'ਚ ਰਿਜ਼ਲਟ ਦੇ ਦੇ। ਇਹ ਤੁਸੀਂ ਖੁਦ ਸੋਚੋ, ਤੁਸੀਂ ਕਦੋਂ ਕਿੰਨੇ ਸਾਲਾਂ ਬਾਅਦ ਟਰੀਟਮੈਂਟ ਕਰਵਾਉਣ ਆਏ ਔਰ ਤੁਸੀਂ 2 ਦਿਨ ਦੇ ਵਿੱਚ ਰਿਜ਼ਲਟ ਕਿਉਂ ਐਕਸਪੈਕਟ ਕਰ ਰਹੇ ਹੋ? ਇਹਦਾ ਆਨਸਰ ਤੁਸੀਂ ਖੁਦ ਲੱਭੋ। ਫਿਰ ਜਦੋਂ ਅਸੀਂ ਨੈਕਸਟ ਕਿ ਪੇਨ ਕਿਲਰ ਸਾਨੂੰ ਖਾਣੇ ਚਾਹੀਦੇ ਹੈ ਕਿ ਨਹੀਂ। ਪੇਨ ਕਿਲਰਸ ਜਿਹੜੇ ਹੈਗੇ ਨੇ ਪੇਨ ਸਿਰਫ ਸਪਰੈਸ ਕਰਦੇ ਨੇ। ਇਹਨਾਂ ਦਾ ਨਾਮ ਵੈਸੇ ਪੇਨ ਸਪਰੈਸੈਂਟਸ ਹੋਣਾ ਚਾਹੀਦਾ, ਵੈਸੇ ਮੈਡੀਕਲੀ ਤਾਂ ਇਹਨਾਂ ਨੂੰ ਪੇਨ ਸਪਰੈਸੈਂਟਸ ਹੀ ਕਿਹਾ ਜਾਂਦਾ ਹੈ। ਪੇਨ ਕਿਲਰ ਦਾ ਅਸੀਂ ਨਾਮ ਰੱਖਿਆ ਸੋਸਾਇਟੀ ਨੇ ਕਿ ਪੇਨ ਕਿਲਰ ਹੈ ਜੀ, ਪੇਨ ਬੰਦ ਹੋ ਜਾਂਦੀ ਹੈ। ਅਸੀਂ ਇਸ ਕਲੀਨਿਕ 'ਤੇ ਪੇਨ ਕਿਲਰਸ ਤੁਹਾਨੂੰ ਐਡਵਾਈਸ ਨਹੀਂ ਕਰਦੇ। ਜੇ ਤੁਸੀਂ ਆਲਰੇਡੀ ਕੁਝ ਖਾ ਰਹੇ ਹੋ ਅਸੀਂ ਸ਼ਾਇਦ 2 ਜਾਂ 3 ਦਿਨ ਤੱਕ ਉਹਨੂੰ ਚਾਲੂ ਰੱਖਾਂਗੇ, ਫਿਰ ਉਸ ਨੂੰ ਬੰਦ ਕਰਨ ਲਈ ਸਲਾਹ ਦੇਵਾਂਗੇ। ਬਿਕਾਜ਼ ਤੁਹਾਡੀ ਬੋਡੀ ਆਪਣੇ ਆਪ ਡਿਮਾਂਡ ਕਰੇਗੀ ਕਿ ਮੈਨੂੰ ਪੇਨ ਕਿਲਰਸ ਦੀ ਜ਼ਰੂਰਤ ਨਹੀਂ ਹੈ, ਮੈਂ ਇਸ ਤਰ੍ਹਾਂ ਹੀ ਠੀਕ ਹੋ ਰਹੀ ਹਾਂ। ਪੇਨ ਕਿਲਰਸ ਨੂੰ ਮੈਂ ਜੋ ਐਗਜ਼ਾਮਪਲ ਦਿੰਦੀ ਹਾਂ ਉਸ ਇੱਕ ਹਿਸਟਰੀ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਸੀਗੇ ਕਿ ਫੀਨਿਕਸ ਨਾਮ ਦਾ ਇੱਕ ਬਰਡ ਸੀਗਾ, ਪੰਛੀ, ਜਿਹਨੂੰ ਮਾਰਦੇ ਸੀ ਅਤੇ ਜਿਹਦੀ ਰਾਖ ਦੇ ਵਿੱਚੋਂ ਨਵਾਂ ਪੰਛੀ ਜਨਮ ਲੈ ਲੈਂਦਾ ਸੀਗਾ। ਉਹ ਹਰ ਵਾਰ ਮਰਦਾ ਸੀ, ਰਾਖ ਬਣਦੀ ਸੀ, ਰਾਖ ਤੋਂ ਨਵਾਂ ਪੰਛੀ ਬਣਦਾ ਸੀ। ਪੇਨ ਉਸੇ ਤਰ੍ਹਾਂ ਹੈ, ਪੇਨ ਕਿਲਰ ਖਾਓਗੇ ਪੇਨ ਦਬੇਗੀ, ਫਿਰ ਪੇਨ ਆਏਗੀ, ਫਿਰ ਪੇਨ ਕਿਲਰ ਖਾਓਗੇ ਪੇਨ ਦਬੇਗੀ, ਫਿਰ ਆਏਗੀ। ਬਿਕਾਜ਼ ਅਸੀਂ ਰੂਟ ਕਾਜ਼ ਨੂੰ ਟਰੀਟ ਹੀ ਨਹੀਂ ਕਰ ਪਾ ਰਹੇ, ਰੂਟ ਕਾਜ਼ ਨੂੰ ਟਰੀਟ ਕਰਵਾ ਨਹੀਂ ਰਹੇ ਹਾਂ। ਅਸੀਂ ਕਿਸੇ ਦੇ ਕਹੇ ਸੁਣੇ, ਦੇਖੇ, ਪੜ੍ਹੇ, ਟੀਵੀ, ਯੂਟਿਊਬ, ਫੇਕ ਨਿਊਜ਼ ਕੁਝ ਵੀ ਦੇਖ ਕੇ ਕੁਝ ਘਰੇਲੂ ਨੁਸਖੇ ਜਿਨ੍ਹਾਂ ਦਾ ਪਿੱਛੇ ਕੋਈ ਐਵੀਡੈਂਸ ਨਹੀਂ ਹੈਗਾ। ਮੈਂ ਨਹੀਂ ਕਹਿ ਰਹੀ ਘਰੇਲੂ ਨੁਸਖੇ ਨਹੀਂ ਹੈਗੇ, ਮੈਂ ਤਾਂ ਪ੍ਰੈਫਰ ਕਰਾਂਗੀ ਕਿ ਤੁਸੀਂ ਕਿਚਨ ਦੇ ਵਿੱਚੋਂ ਸਮਾਨ ਲੱਭੋ ਔਰ ਅਸੀਂ ਪੇਸ਼ੈਂਟਸ ਨੂੰ ਜੋ ਹੀਲਿੰਗ ਦੇ ਟਾਈਮ 'ਤੇ ਚੀਜ਼ਾਂ ਦੱਸਦੇ ਹਾਂ ਉਹਨਾਂ ਦੀ ਰਸੋਈ ਦੇ ਵਿੱਚੋਂ ਹੀ ਦੱਸਦੇ ਹਾਂ ਕਿ ਤੁਸੀਂ ਇਹ ਚੀਜ਼ ਬਣਾ ਕੇ ਖਾਓ, ਤੁਹਾਡੀ ਸਰੀਰ ਲਈ ਇਹ ਫਾਇਦੇਮੰਦ ਹੈ। ਔਰ ਪੇਸ਼ੈਂਟਸ ਉਹ ਫੋਲੋ ਵੀ ਕਰਦੇ ਨੇ ਅਤੇ ਸਾਨੂੰ ਰਿਜ਼ਲਟਸ ਵੀ ਮਿਲਦੇ ਨੇ।
पर मैं उन्होंने गल्लां बारे कह रही हाँ जिन्हों का कोई एविडेंस ही नहीं हैगा पिछे, किसी तो भी सुनी चलो जी ए खा लो, क्या पता थोड़े शरीर में वो चीज़ सूट करे या ना करे, थोनू होर प्रॉब्लम दे दे या कोई होर नवी प्रॉब्लम खड़ी कर दे। सो जो ये चीज़ हैगी इन्होंने चीज़ों वाल जो जाना है वो थोड़ा ध्यान नाल जाना है कि करना की है, थोनू पता होना चाहिए थोड़े शरीर में चाहिए की है। रैंडमली तुसी कुछ भी चुक के नहीं खा सकते, कुछ भी बना के इस तरह अपने नहीं कर सकते नुस्खियां दे विचों। तो पेन किलर्स की भी यही सलाह कि ओवर द काउंटर कि बई कैमिस्ट जानता है या नहीं जानता, कैमिस्ट तो पेन किलर ले ली, दवाई खाली बंद करता, तुसी सिर्फ दवाई नाल दर्द नू दबाया है, ख़त्म नहीं किया है, तो वो सिर्फ दबी है तो दोबारा मुड़ के ज़रूर आएगी। एंड ऑल्सो जी चीज़ अंदर वीक हो रही है, ख़राब हो रही है या भुर रही है या आगे डिस्क की प्रॉब्लम बन रही है तो वो बनती ही रहेगी और एक्सट्रीम पेन एक दिन आएगी। नैक्सट क्वेश्चन जो पेशेंट साढ़े तो पूछते हैं कि पानी कितना पीना चाहिए। जे किसी को असी एडवाइस करिए कि पानी कितना पीना चाहिए तो असी कहते हैं कि 4 तो 5 लीटर पियो। मैं तो पहले ही बहुत पीना, इट मीनस थोड़ी बॉडी होर डिमांड करती है पानी, तुहानू 4-5 लीटर भी घट है तो जी मैं तो 2 या 3 गिलास पीनी हाँ, तो थोड़ी साडी रिक्वेस्ट है कि इन्होंने 15-16 गिलास करो हौली हौली। शरीर थोड़ा 70% पानी का बनया होया, तुसी इमेजिन करो तुसी सिर्फ 2 गिलास इनू पानी दे रहे हो और तुसी डिमांड कर रहे हो कि इहदा सारा सिस्टम परफेक्ट चले तो मैं लाइफ लॉन्ग हेल्दी रवां। ये वो चीज़ है जिन्हों तुसी कह रहे हो कि ये मैजिक हो जाए, और एक्चुअली च मैजिक ही है और ये किसी किसी च पॉसिबल होएगा और वो भी कदी कदी पॉसिबल होएगा। जिन्ना बॉडी तो कम ले रहे हैं उन्होंने खुराक देनी भी बनती है। सो खुला पानी और बहुत ज़्यादा पानी डेली रूटीन थोड़ी लाइफस्टाइल दे विच होना चाहिए। हुण पेशेंट का क्वेश्चन नैक्सट कि मैं तो इत्थे जी ठीक हो गया, हुण जिहड़ियां एक्सरसाइज है मैनू घरे भी करनियां पैणगियां। हाँ जी बिल्कुल करनियां पैणगियां घर एक्सरसाइजिज, बिकॉज जिहड़ियां साडियां एक्सरसाइज होंदियां असीं उन्हां नूं 3 स्टेजिस दे विच डिवाइड कीता है, जिन्हां दी इंटेंसिटी लो, मॉडरेट ते फंक्शनल, मतलब कि हाई इंटेंसिटी होंदा है। पहला तो सिर्फ थोड़ियां फ्लैक्सीबिलिटी एक्सरसाइज रहंदियां, फिर माइनर टू मेजर स्ट्रेंथ वाली एक्सरसाइज, फिर एक हायर लेवल स्ट्रेंथली एक्सरसाइजेस जिन्हों असीं फंक्शनल कहने आ। ਇਹ 3 स्टेजिस ਦੇ ਵਿੱਚ मैं अपनी टीम ਨਾਲ मिल के इत्थे प्रोटोकॉल डिज़ाइन करती हाँ। प्रोटोकॉल तो मतलब थोड़ा ट्रीटमेंट प्लान, और वो असी डिज़ाइन करते हैं जो साडा अपना कंसैप्ट है डायनेमिक न्यूरोमस्कुलर एक्टिवेशन के अंडर, जिन्हों असी DNA कहने हैं शॉर्ट फॉर्म के विच। ये साडा अपना कंसैप्ट है, सो ये तुहानू इंटरनेट पर किते नहीं मिलना है बिकॉज अजे असी इसनू अपलोड ही नहीं किया है। हुण इहदे अकॉर्डिंग थोड़ी बॉडी किस तरह मसल एक्टिवेट कराना है, किहड़ा पहले कराना है, किहड़ा थोड़े 15 दिन बाद कराना है, तो किहड़ा थोड़ा होमवर्क है, वो असी इत्थे डिसाइड करते हैं थोड़ी प्रॉब्लम के अकॉर्डिंग। सो एक्सरसाइजिज यस करनियां चाहिए बिकॉज तुसी इन्ना एक्सरसाइज करके स्टेज ते पहुंचे हो कि तुसी वापस वो काम कर पा रहे हो जो तुसी कई महीनों या कई सालों तो कभी सोचा भी नहीं सीगा कि करोगे या नहीं करोगे। तुसी जित हासिल की, सर्जरी तो बचाया अपने आप नू। सो इनू मेनटेन करने लिए कुछ एक्सरसाइजिज जो डेली रूटीन च करोगे तो मैनू लगता है कि तुहानू अगे आने वाली लाइफ दे विच कदी वो प्रॉब्लम क्या इहदे नाल रिलेटेड कोई होर प्रॉब्लम कदी नहीं आएगी। रब दी दया नाल साडे कोल ऐसा कदी कोई पेशेंट मुड़ के नहीं आया कि बई मैनू यह प्रॉब्लम दोबारा हो गई जे उन्हें साडा प्रोटोकॉल फॉलो किया होए। जे उन्हें प्रोटोकॉल विच छड्डता फिर चांसिस होंदे ने कि वो वापस आए उस प्रॉब्लम नाल, बट ऐश गारंटी है कि कदी वो प्रॉब्लम लेके वापस नहीं आता कि बई यह तो मैनू दोबारा हो गया, मैं तो उदों इन्ना इलाज कराया सी, तुसीं जिन्ने दिन गए उन्ने दिन कर लिया, एक्सरसाइज भी की ता भी नहीं ठीक होया। टचवुड अज तक 10 सालों के कदी नहीं होया, रब दी दया नाल अगे भी नहीं होएगा बिकॉज मैनू लगता है कि जिहड़े पेशेंट सानू फॉलो करते हैं वो अपनी हैल्थ नू लैके बहुत अच्छी तरह कंसर्न हो जाते हैं। हुण एक लास्ट एक छोटी जी गल कि एक मिसकनसैप्शन है कि फिजियोथेरेपी है तो बस जी सेक लगेगा, ये लगेगा, वो लगेगा, 2-4 एक्सरसाइज दसांगे तो यह हो गया ठीक। जी नहीं, असी ये जो क्लिनिक है इंटीग्रेटेड क्लिनिक है जिथे असी बहुत सारिया थेरेपीज़ नू ऑल्टरनेटिव थेरेपीज़ नू कंबाइन किया है, बट ओनली मैडिकल थेरेपीज़। सो ये असी वैरायटी ऑफ टूल्स यूज़ करते हैं। रिक्वेस्ट है सुनने वाले कि असी मसाज बिल्कुल नहीं करते हैं तो ना सानू आती है। दूसरी चीज़
ਕਿ ਜਿਹੜੀਆਂ ਐਕਸਰਸਾਈਜ਼ਸ ਜਾਂ ਜਿਹੜਾ ਸਾਡਾ ਪ੍ਰੋਟੋਕੋਲ ਹੁੰਦਾ ਹੈ ਉਹ ਬਹੁਤ ਮਿਹਨਤ ਨਾਲ ਤੇ ਸਾਡੀ ਇੰਟੈਲੀਜੈਂਸ ਜਿੰਨੀ ਹੈਗੀ ਹੈ, ਜਿੰਨਾ ਸਾਡਾ ਐਕਸਪੀਰੀਅੰਸ ਹੈ, ਉਹ ਸਭ ਕੁਝ ਅਸੀਂ ਇਕੱਠਾ ਕਰਕੇ ਤੁਹਾਡੇ ਲਈ ਤਿਆਰ ਕਰਦੇ ਹਾਂ ਔਰ ਸਪੈਸੀਫਿਕ ਰੱਖਦੇ ਹਾਂ। ਤੁਹਾਡਾ ਪ੍ਰੋਗਰਾਮ ਤੁਹਾਡਾ ਯੂਨੀਕ ਹੁੰਦਾ ਹੈ। ਇਹ ਨਹੀਂ ਹੈ ਕਿ ਇਹ ਇੰਨੇ ਸਾਰੇ ਟੂਲਸ ਹੈ, ਇੱਥੇ ਵੀ ਕਪਿੰਗ ਹੁੰਦੀ ਹੈ, ਨੀਡਲਿੰਗ ਹੁੰਦੀ ਹੈ, ਅਲਾਈਨਮੈਂਟ ਕਰਦੇ ਹੈ, ਆਸਟੀਓਪੈਥੀ ਕਰਦੇ ਹੈ, ਤੇ ਤਾਂ XYZ ਜਗ੍ਹਾ ਤੇ ਵੀ ਹੁੰਦਾ ਹੈ, ABC ਜਗ੍ਹਾ 'ਚ ਵੀ ਹੁੰਦਾ ਹੈ, ਫਲਾਨੀ ਜਗ੍ਹਾ ਵੀ ਹੁੰਦਾ ਹੈ, ਟਮਕਾਨੀ ਜਗ੍ਹਾ ਵੀ ਹੁੰਦਾ ਹੈ ਸਭ ਜਗ੍ਹਾ ਹੁੰਦਾ ਹੈ। ਬਟ ਇੱਕੋ ਹੀ ਗੱਲ ਦੇ ਵਿੱਚ ਖ਼ਤਮ ਕਰਾਂਗੇ ਇਸ ਨੂੰ ਕਿ 100 ਲੋਹਾਰ ਦੀ ਤੇ ਇੱਕ ਸੁਨਾਰ ਦੀ, ਕਿ ਇਹ ਟੂਲਸ ਅਸੀਂ ਯੂਜ਼ ਕਿਸ ਤਰ੍ਹਾਂ ਕਰਦੇ ਹਾਂ ਇਹ ਜ਼ਿਆਦਾ ਫਾਇਦੇਮੰਦ ਹੈ। ਬਿਕਾਜ਼ ਸਰਜਨ ਨੂੰ ਪਤਾ ਹੈ ਕਿ ਉਹਨੇ ਸਰਜਰੀ ਵਾਲੀ ਜਿਹੜੀ ਨਾਈਫ ਹੈ ਉਹ ਕਿਸ ਤਰ੍ਹਾਂ ਚਲਾਉਣੀ ਹੈ, ਕਿਹੜੇ ਐਂਗਲ 'ਤੇ ਚਲਾਉਣੀ ਹੈ, ਇਹ ਆਮ ਜਨਤਾ ਨੂੰ ਨਹੀਂ ਪਤਾ ਹੁੰਦਾ। ਸੋ ਤੁਹਾਡੀ ਸਮਝ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਆਪਸ਼ਨ ਨੂੰ ਪਿਕ ਕਰਨਾ ਹੈ, ਤੁਹਾਡੇ ਲਈ ਕੀ ਬੈਸਟ ਹੈ। ਬੈਕ ਪੇਨ ਦੇ ਰਿਲੇਟਡ ਇਨਫੋਰਮੇਸ਼ਨ ਤੇ ਤੁਸੀਂ ਕੁਝ ਵੀ ਪੁੱਛਣਾ ਚਾਹੋ ਤੇ ਤੁਸੀਂ ਕਲੀਨਿਕ ਦੇ WhatsApp ਨੰਬਰ 9041293412 ਤੇ WhatsApp ਮੈਸੇਜ ਕਰ ਸਕਦੇ ਹੋ, ਜਾਂ ਇਸ ਵੀਡੀਓ ਦੇ ਨੀਚੇ ਜਿਹੜੀ Facebook ਤੇ ਅਪਲੋਡ ਹੋਏਗੀ, Instagram ਤੇ ਅਪਲੋਡ ਹੋਏਗੀ, ਉੱਥੇ ਤੁਸੀਂ ਆਪਣੀ ਕੁਐਰੀ ਪਾ ਸਕਦੇ ਹੋ, ਤੁਹਾਨੂੰ ਰਿਵਰਟ ਬੈਕ ਕੀਤਾ ਜਾਏਗਾ। ਥੈਂਕ ਯੂ ਇੰਨੇ ਧਿਆਨ ਨਾਲ ਵੀਡੀਓ ਸੁਣਨ ਲਈ, ਤੇ ਨੈਕਸਟ ਵੀਡੀਓ ਅਸੀਂ ਜਲਦੀ ਅਪਲੋਡ ਕਰਾਂਗੇ। ਥੈਂਕ ਯੂ।